ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ-ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਕਾਫੀ ਗਰਮੀ ਰਹੀ ਹੈ। ਸਵੇਰ ਦੇ ਵੇਲੇ ਤੋਂ ਲੈ ਕੇ ਆਥਣ ਤੱਕ ਸੂਰਜ ਦੀ ਟਿੱਕੀ ਨੇ ਚੰਗਾ ਰੰਗ ਦਿਖਾਇਆ। ਮੌਸਮ ਵਿਭਾਗ ਨੇ ਜੋ ਗੱਲ ਕਹੀ ਸੀ ਕਿ ਬੱਦਲਬਾਈ ਰਹਿਣੀ ਹੈ, ਕਣੀਆਂ ਦੀ ਸੰਭਾਵਨਾ, ਇਹੋ ਜੀ ਕੋਈ ਵੀ ਭਵਿੱਖਬਾਣੀ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਸਹੀ ਸਾਬਤ ਨਹੀਂ ਹੋਈ। ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਕਿ ਆਉਂਦੇ ਕੁਝ ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਕਰਵਟ ਬਦਲ ਸਕਦਾ, ਪਰ ਉਹ ਕਿੰਨੀ ਕੁ ਕਰਵਟ ਬਦਲਦਾ, ਕੀ ਉਹ ਬਦਲਦਾ ਵੀ ਹੈ ਕਿ ਨਹੀਂ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਪੰਜਾਬ ਦੇ ਵਿੱਚ ਲਗਾਤਾਰ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ, ਜਿਵੇਂ ਕਿ ਲੰਘੇ ਕੱਲ੍ਹ ਚੋਖੀ ਧੁੱਪ ਪਈ ਹੈ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਯੂਕਰੇਨ ਨਾਲ ਸੰਬੰਧਿਤ। ਯੂਕਰੇਨ ਦੇ ਵਿੱਚ ਇਸ ਵਕਤ ਆਪਾਂ ਜਾਣਦੇ ਹਾਂ ਕਿ ਰੂਸ ਦੇ ਵੱਲੋਂ ਹਮਲਾ ਕੀਤਾ ਹੋਇਆ। ਲਗਾਤਾਰ ਇਹ ਖਬਰਾਂ ਸਾਹਮਣੇ ਆ ਰਹੀਆਂ ਕਿ ਪਹਿਲੇ ਦਿਨ ਦੇ ਹਮਲੇ ਦੇ ਵਿੱਚ 150 ਦੇ ਕਰੀਬ ਆਮ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ ਆ, ਬੰਬਾਂ ਨਾਲ, ਬੰਦੂਕਾਂ ਨਾਲ, ਮਿਜ਼ਾਈਲਾਂ ਦੇ ਨਾਲ ਰੂਸ ਦੇ ਵੱਲੋਂ ਹਮਲਾ ਕਰਕੇ। ਹੁਣ ਯੂਕਰੇਨ ਦਾ ਕਸੂਰ ਕੀ ਹੈ, ਸਵਾਲ ਇਹ ਪੈਦਾ ਹੁੰਦਾ। ਹਾਲਾਂਕਿ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਇਹ ਵਿਦੇਸ਼ੀ ਗੱਲਾਂ, ਵਿਦੇਸ਼ ਦੀ ਨੀਤੀ ਦੀਆਂ ਗੱਲਾਂ, ਪਰ ਮੇਰੇ ਖਿਆਲ ਦੇ ਮੁਤਾਬਕ ਮਨੁੱਖਤਾ ਦੀਆਂ ਗੱਲਾਂ ਉਸ ਗੱਲ ਤੋਂ ਵੀ ਪਹਿਲਾਂ ਦੀਆਂ, ਕਿਉਂਕਿ ਮਨੁੱਖਤਾ ਪ੍ਰਭਾਵਿਤ ਹੁੰਦੀ ਹੈ, ਇਨਸਾਨ ਪ੍ਰਭਾਵਿਤ ਹੁੰਦਾ। ਦੇਸ਼ ਜੰਗ ਹਾਰਦੇ ਵੀ ਆ, ਜਿੱਤਦੇ ਵੀ ਆ, ਪਰ ਆਮ ਲੋਕ ਹਮੇਸ਼ਾ ਹਾਰਦੇ ਆ। ਜਿਨ੍ਹਾਂ ਦੇ ਘਰਾਂ ਦੇ ਵਿੱਚ 70 ਵਿਛਦੇ ਉਹ ਹਾਰਦੇ ਆ, ਜਿਹੜੀ ਅਰਥ ਵਿਵਸਥਾ ਟੁੱਟਦੀ ਆ ਉਹ ਹਾਰ ਜਾਂਦੀ ਆ। ਸੋ ਛੇਤੀ ਕਿਤੇ ਉਹ ਦੇਸ਼ ਤਾਬੇ ਨਹੀਂ ਆਉਂਦੇ ਗਏ ਜਿਹੜੇ ਦੇਸ਼ ਹਾਰਦੇ ਜਾਂ ਜਿੱਤਦੇ ਆ, ਕਿਉਂਕਿ ਜੰਗ ਤਾਂ ਘਰ ਦੇ ਵਿੱਚ ਵੀ ਮਾੜੀ ਹੈ, ਤੇ ਜੰਗ ਜਦੋਂ ਦੇਸ਼ਾਂ ਦੇ ਵਿੱਚ ਹੋਵੇ ਉਦੋਂ ਉਹਦੇ ਕਿਹੋ ਜਿਹੇ ਅਰਥ ਤੇ ਕਿਹੋ ਜਿਹੇ ਅਸਰ ਨਿਕਲਦੇ ਆਪਾਂ ਜਾਣਦੇ ਆ। ਪਰ ਜਦੋਂ ਹੁਣ ਰੂਸ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ, ਵਿੱਚ ਵਿਚਾਲੇ ਇਹ ਵੀ ਖਬਰਾਂ ਆ ਰਹੀਆਂ ਕਿ ਯੂਕਰੇਨ ਰੂਸ ਨਾਲ ਗੱਲਬਾਤ ਕਰਨ ਨੂੰ ਤਿਆਰ ਆ। ਖਬਰਾਂ ਇਹ ਵੀ ਆਈਆਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਦੇ ਨਾਲ, ਤੇ ਇਹ ਗੱਲ ਕਹੀ ਗਈ ਹੈ ਕਿ ਗੱਲਬਾਤ ਦੇ ਰਾਹੀਂ ਮਸਲੇ ਨੂੰ ਹੱਲ ਕਰ ਲਵੋ। ਇਹ ਗੱਲ ਕਹੀ ਗਈ ਹੈ ਕਿ ਇਸ ਮਸਲੇ ਦੇ ਲਈ ਤੁਹਾਨੂੰ ਸਹਿਮਤੀ ਬਣਾਉਣੀ ਚਾਹੀਦੀ ਹੈ ਵੱਖ-ਵੱਖ ਵਿਸ਼ਿਆਂ ਦੇ ਉੱਤੇ। ਇਹ ਵੀ ਗੱਲ ਕਹੀ ਗਈ ਹੈ ਕਿ ਜੋ ਯੂਕਰੇਨ ਦੇ ਵਿੱਚ ਭਾਰਤੀ ਲੋਕ ਫਸੇ ਹੋਏ ਆ, ਇਹਨਾਂ ਦੀ ਸੁਰੱਖਿਆ ਦਾ ਜਾਨੀ ਤੇ ਮਾਲੀ ਨੁਕਸਾਨ ਦਾ ਖਿਆਲ ਕਰਨਾ ਬੜਾ ਜ਼ਰੂਰੀ ਹੈ। ਪਰ ਵਿੱਚ ਵਿਚਾਲੇ ਖਬਰਾਂ ਇਹ ਵੀ ਆ ਰਹੀਆਂ ਕਿ ਯੂਕਰੇਨ ਦੇ ਵੱਲੋਂ ਤਬਾਹ ਕੀਤੇ ਜਾ ਰਹੇ ਰੂਸ ਦੇ ਹੈਲੀਕਾਪਟਰ। ਵਿਚਲੀਆਂ ਸੱਚਾਈਆਂ ਦੇ ਉੱਤੇ ਕਈਆਂ ਤੇ ਪਰਦਾ ਵੀ ਪੈਂਦਾ, ਕਈ ਵੀਡੀਓ ਵੀ ਸਾਹਮਣੇ ਆ ਰਹੀਆਂ। ਪਰ ਸਭ ਤੋਂ ਵੱਧ ਦੁੱਖ ਉਸ ਵੇਲੇ ਹੁੰਦਾ ਜਦੋਂ ਬੇਕਸੂਰੇ ਲੋਕਾਂ ਦੇ ਘਰ ਉਜੜਦੇ ਆ, ਜਦੋਂ ਬੇਕਸੂਰੇ ਲੋਕਾਂ ਦੇ ਰੁਜ਼ਗਾਰ ਬਰਬਾਦ ਹੁੰਦੇ ਆ, ਜਦੋਂ ਬੇਕਸੂਰੇ ਲੋਕ ਬੇਘਰ ਹੁੰਦੇ ਆ। ਸੋ ਉਦੋਂ ਇਹ ਲੱਗਦਾ ਜੀ ਕਿ ਇਹਨਾਂ ਬੰਬਾਂ ਦੇ ਵਿੱਚੋਂ ਅਸੀਂ ਖੱਟਿਆ ਕੀ ਆ, ਇਹਨਾਂ ਅੱਗ ਦੀਆਂ ਲਾਟਾਂ ਦੇ ਵਿੱਚੋਂ ਅੱਜ ਤੱਕ ਅਸੀਂ ਖੱਟਿਆ ਕੀ ਆ। ਤੁਸੀਂ ਅਤੀਤ ਦੇ ਵੱਲ ਝਾਤ ਮਾਰ ਕੇ ਦੇਖੋ, ਜਿਹੜੇ ਵੀ ਦੇਸ਼ ਨੇ ਦੂਜੇ ਦੇਸ਼ 'ਤੇ ਹਮਲਾ ਕੀਤਾ ਜਾਂ ਜਿਹੜੇ ਦੋ ਦੇਸ਼ਾਂ ਦੇ ਵਿੱਚ ਜੰਗ ਲੱਗੀ ਆ, ਉਹ ਆਰਥਿਕ ਤੌਰ ਦੇ ਉੱਤੇ ਅੱਜ ਤੱਕ ਕਿੱਥੇ ਜੇ ਖੜੇ ਆ। ਪਰ ਵਿਚਲੀ ਗੱਲ ਇੱਕ ਇਹ ਵੀ ਆ ਕਿ ਲਗਭਗ 20,000, 18 ਤੋਂ ਲੈ ਕੇ 20,000 ਭਾਰਤੀ ਲੋਕ ਆ ਜਿਹੜੇ, ਭਾਵੇਂ ਉਹ ਵਿਦਿਆਰਥੀ ਨੇ, ਭਾਵੇਂ ਰੁਜ਼ਗਾਰ ਦੀ ਭਾਲ 'ਚ ਗਏ ਆ, ਭਾਵੇਂ ਉੱਥੇ ਬੜੇ ਲੰਮੇ ਸਮੇਂ ਤੋਂ ਰਹਿ ਰਹੇ ਯੂਕਰੇਨ ਦੇ ਵਿੱਚ ਭਾਰਤੀ ਮੂਲ ਦੇ ਲੋਕ, ਉਹ ਯੂਕਰੇਨ ਦੇ ਵਿੱਚ ਫਸੇ ਹੋਏ ਆ। ਉਹਨਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਆ, ਕਿਉਂਕਿ ਹੁਣ ਯੂਕਰੇਨ ਦੇ ਵਿੱਚ ਕਈ ਏਅਰਪੋਰਟ ਬੰਦ ਕਰ ਦਿੱਤੇ ਗਏ ਆ। ਇਸ ਕਰਕੇ ਵਾਇਆ ਹੋਰ ਦੇਸ਼ ਉਹਨਾਂ ਭਾਰਤੀ ਮੂਲ ਦੇ ਲੋਕਾਂ ਨੂੰ ਵਾਪਸ ਆਪਣੇ ਵਤਨ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਪਰ ਜਿਹੜੀਆਂ ਤਸਵੀਰਾਂ ਉੱਥੋਂ ਆ ਰਹੀਆਂ, ਜਿਹੜੇ ਬੱਚੇ ਬੱਚੀਆਂ ਪੜ੍ਹਾਈ ਦੇ ਲਈ ਗਏ ਆ, ਕਿਉਂਕਿ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਡਾਕਟਰੀ ਦੀ ਪੜ੍ਹਾਈ ਕਰਨ ਦੇ ਲਈ ਜਾਂਦੇ ਆ। ਪੰਜਾਬ ਦੇ ਵਿੱਚੋਂ ਵੀ ਇਸ ਵੇਲੇ ਮੈਂ ਸੋਚਦਾ ਵੀ ਸੈਂਕੜੇ ਦੀ ਗਿਣਤੀ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ, ਕਿਉਂਕਿ ਇੱਕ ਜ਼ਿਲ੍ਹੇ ਦੇ ਵਿੱਚੋਂ ਹੁਣ ਤੱਕ 6-6, 7-7, 8-8 ਜਣਿਆਂ ਨੇ ਇਹ ਬੇਨਤੀ ਕੀਤੀ ਜੀ ਕਿ ਸਾਨੂੰ ਵਾਪਸ ਪੰਜਾਬ ਦੇ ਵਿੱਚ ਆਪਣੇ ਵਤਨ ਦੇ ਵਿੱਚ ਲੈ ਕੇ ਆਂਦਾ ਜਾਵੇ। MBBS ਦੀ ਡਿਗਰੀ ਕਰਨ ਲਈ ਕੋਈ ਗਿਆ, ਕੋਈ ਹੋਰ ਡਾਕਟਰੀ ਦੀ ਡਿਗਰੀ ਲੈਣ ਦੇ ਲਈ ਗਿਆ, ਕੋਈ ਕਿਵੇਂ ਗਿਆ। ਸੋ ਉਹਨਾਂ ਦੇ ਵਿੱਚੋਂ ਬਹੁਤਿਆਂ ਦੇ ਵੱਲੋਂ ਹੁਣ ਇਸ ਗੱਲ ਦੀ ਬੇਨਤੀ ਕੀਤੀ ਜਾ ਰਹੀ ਆ ਆਪਦੇ ਟੱਬਰ ਦੇ ਜੀਆਂ ਨੂੰ ਵੀਡੀਓ ਕਾਲ ਕਰਕੇ, ਜਾਂ ਕਹਿ ਦਈਏ ਕਿ ਸਰਕਾਰਾਂ ਨੂੰ ਬੇਨਤੀ ਕਰਕੇ। ਪਰ ਹਾਲੇ ਤੱਕ ਸਬੱਬ ਕੋਈ ਨਹੀਂ ਬਣਦਾ ਵਾਪਸ ਲਿਆਉਣ ਦਾ। ਮਾਪਿਆਂ ਦਾ ਇੱਥੇ ਰੋ ਰੋ ਕੇ ਬੁਰਾ ਹਾਲ ਹੈ। ਮਾਨਸਾ ਜ਼ਿਲ੍ਹੇ ਦੀਆਂ 5 ਕੁੜੀਆਂ ਦੀ ਰਿਪੋਰਟ ਸਾਹਮਣੇ ਆਈ ਹੈ ਵੀ ਕਿਸ ਤਰੀਕੇ ਦੇ ਨਾਲ ਉਹ ਇਸ ਵੇਲੇ ਵੱਧ ਤੋਂ ਬਦਤਰ ਜ਼ਿੰਦਗੀ ਜਿਉ ਰਹੀਆਂ। ਇਹ ਵੀ ਖਬਰ ਆਈ ਹੈ ਕਿਉਂਕਿ ਵੀਡੀਓ ਵਿੱਚੋਂ ਸਾਹਮਣੇ ਆਉਂਦੀਆਂ ਗੱਲਾਂ, ਜੋ ਉਹਨਾਂ ਬੱਚਿਆਂ ਦੇ ਵੱਲੋਂ ਫੋਨ ਕਰਕੇ ਆਪਣੇ ਟੱਬਰ ਦੇ ਜੀਆਂ ਨਾਲ ਗੱਲਬਾਤ ਕੀਤੀ ਗਈ ਹੈ। ਬਹੁਤ ਸਾਰੇ ਲੋਕ ਬੰਕਰਾਂ ਦੇ ਵਿੱਚ ਰੁਕਣ ਦੇ ਲਈ ਮਜਬੂਰ ਹੈ, ਕਈ ਇੰਡੀਅਨ ਅੰਬੈਸੀਆਂ ਦੇ ਵਿੱਚ ਲੁਕੇ ਹੋਏ ਆ। ਲੋਕਾਂ ਦਾ ਰੋਜ਼ੀ ਰੋਟੀ ਦਾ ਕੰਮ ਤਾਂ ਖੁੱਸਿਆ ਹੀ ਆ। ਜਿਹੜੇ ਭਾਰਤੀ ਮੂਲ ਦੇ ਲੋਕ, ਉਹਨਾਂ ਵਿੱਚੋਂ ਬਹੁਤ ਸਾਰਿਆਂ ਦੀ ਜੋ ਇਸ ਵੇਲੇ ਖਾਣ ਪੀਣ ਦੀ ਸਮੱਗਰੀ ਮੁੱਕ ਗਈ ਹੈ। ਉਹਨਾਂ ਦੇ ਕੋਲੇ ਟਿਕਟ ਜੋਗੇ ਪੈਸੇ ਵੀ ਨਹੀਂ, ਉਹਨਾਂ ਦੇ ਕੋਲੋਂ ਇੱਕ ਤੋਂ ਦੂਜੀ ਥਾਂ ਤੱਕ ਜਾਣ ਦਾ ਕੋਈ ਵਸੀਲਾ ਵੀ ਨਹੀਂ। ਹੈਰਾਨੀ ਦੀ ਗੱਲ ਦੇਖੋ, ਜਿਹੜੀ 40-45 ਹਜ਼ਾਰ ਦੀ ਟਿਕਟ ਸੀ, ਉਹ 1.25 ਲੱਖ 1.5 ਲੱਖ ਰੁਪਏ ਦੇ ਵਿੱਚ ਇੱਕ ਪਾਸੇ ਦੀ ਵਾਪਸੀ ਦੀ ਮਿਲਦੀ ਹੈ, ਤੇ ਉਹ ਵੀ ਨਹੀਂ ਮਿਲਦੀ। ਦੁੱਖ ਇਸ ਗੱਲ ਦਾ, ਕਿਉਂਕਿ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਕਿ ਉਹ ਧਰਤੀ ਦੇ ਉੱਤੇ ਹਮਲਾ ਹੋ ਗਿਆ, ਇੱਕ ਦੇਸ਼ ਨੇ ਦੂਜੇ ਦੇਸ਼ 'ਤੇ ਹਮਲਾ ਕੀਤਾ। ਪਰ ਜਿਹੜੀ ਇੰਡੀਅਨ ਏਅਰਲਾਈਨ ਆ, ਜਿਹੜੀਆਂ ਸਾਡੀਆਂ ਭਾਰਤੀ ਏਅਰਲਾਈਨ ਆ, ਉਹਨਾਂ ਦੇ ਉੱਤੇ ਤਾਂ ਸਰਕਾਰ ਦਾ ਹੀ ਕਾਬੂ ਹੈ ਨਾ। ਜਦੋਂ ਫਸੇ ਹੋਏ ਲੋਕਾਂ ਨੂੰ ਚੂੰਡਣ ਦੀ ਤਿਆਰੀ ਸਾਡੀ ਏਅਰਲਾਈਨ ਕਰਦੀ ਹੋਵੇ, ਤੇ ਉਦੋਂ ਫਿਰ ਕਿਹਨੂੰ ਚੰਗਾ ਕਹੀਏ ਤੇ ਕਿਹਨੂੰ ਮਾੜਾ ਕਹੀਏ, ਉਹ ਤਾਂ ਬਗਾਨੇ ਆ। ਪਰ ਇਹ ਤਾਂ ਸਾਡੇ ਆਪਣੇ ਆ। ਮੈਨੂੰ ਚੇਤੇ ਆਉਂਦਾ ਜਦੋਂ ਲੋਕਡਾਊਨ ਸਿਖਰ ਦੇ ਉੱਤੇ ਸੀ, ਪਹਿਲੀ ਲਹਿਰ ਸੀ,
ਉਦੋਂ ਰੇਲ ਗੱਡੀਆਂ ਬੰਦ ਹੋ ਗਈਆਂ, ਸੜਕੀ ਆਵਾਜਾਈ ਬੰਦ ਹੋ ਗਈ। ਉਦੋਂ ਲੋਕ ਇੱਕ ਤੋਂ ਦੂਜੀ ਥਾਂ ਤੱਕ ਬਹੁਤੇ ਜਿਹੜੇ ਸਰਦੇ ਪੁੱਜਦੇ ਸੀ ਉਹ ਹਵਾਈ ਜਹਾਜ਼ ਰਾਹੀਂ ਗਏ। ਜਿਹੜੀ 5000 ਦੀ ਟਿਕਟ ਸੀ ਉਦੋਂ 50-50 70-70 ਹਜ਼ਾਰ ਰੁਪਏ ਦੀ ਵਿਕੀ ਆ। ਯਾਨੀ ਕਿ ਜੋ ਫਸੇ ਲੋਕ ਆ ਉਹਨਾਂ ਨੂੰ ਚੂੰਡ ਲਓ ਜਿੰਨਾ ਚੂੰਡਿਆ ਜਾਂਦਾ, ਜਿੱਥੇ ਜਿਹਦਾ ਸੂਤ ਲੱਗਦਾ ਉਹ ਉਵੇਂ ਉਹਨੂੰ ਮਾਂਜਣ ਦੀ ਕੋਸ਼ਿਸ਼ ਕਰਦਾ। ਜਿਵੇਂ ਕਿ ਹੁਣ ਯੂਕਰੇਨ ਦੇ ਵਿੱਚ ਫਸੇ ਹੋਏ ਭਾਰਤੀਆਂ ਨੂੰ ਵੀ ਮਾਂਜਣ ਦੀਆਂ ਕੋਸ਼ਿਸ਼ਾਂ। ਸੋ ਕੀ ਭਾਰਤ ਦੀ ਸਰਕਾਰ ਏਅਰਲਾਈਨਾਂ ਨੂੰ ਤਾੜਨਾ ਨਹੀਂ ਕਰ ਸਕਦੀ ਕਿ ਜੇਕਰ ਭਾਈ ਹੁਣ ਉੱਥੇ ਆਪਣੇ ਭੈਣਾਂ ਵੀਰ ਬੱਚੇ ਫਸੇ ਆ ਤਾਂ ਫਿਰ ਤੁਸੀਂ ਜੋ ਸਹੀ ਵਾਜਬ ਮੁੱਲ ਆ ਉਹੀ ਵਸੂਲ ਕਰਨਾ, ਮਨ ਆਈਆਂ ਨਹੀਂ ਕਰਨੀਆਂ। ਫਸੇ ਹੋਏ ਬੰਦੇ ਦੇ ਉੱਤੇ ਹੋਰ ਬੋਝ ਨਹੀਂ ਪਾਉਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਫਸੇ ਹੋਏ ਵਿਦਿਆਰਥੀਆਂ, ਉੱਥੇ ਫਸੇ ਹੋਏ ਲੋਕਾਂ ਦੀ ਕੀ ਦਰਦ ਕਹਾਣੀ ਹੈ, ਤੇ ਫਿਰ ਕਰਾਂਗੇ ਟਿੱਪਣੀ। ਰੂਸ ਤੇ ਯੂਕਰੇਨ ਦੇ ਵਿੱਚ ਲਗਾਤਾਰ ਵੱਧ ਰਹੇ ਤਣਾਅ ਕਰਕੇ ਮਾਨਸਾ ਜ਼ਿਲ੍ਹੇ ਦੀਆਂ ਵੱਖ-ਵੱਖ ਪਿੰਡਾਂ ਭੀਖੀ, ਮਾਨਸਾ, ਖੜਕ ਸਿੰਘ ਵਾਲਾ ਤੇ ਰੱਲਾ ਦੀਆਂ 5 ਲੜਕੀਆਂ ਯੂਕਰੇਨ 'ਚ ਫਸੀਆਂ ਨੇ। ਉਹਨਾਂ ਦੀ ਬੇਨਤੀ ਹੈ ਕਿ ਅਸੀਂ ਬੰਕਰਾਂ ਦੇ ਵਿੱਚ ਭੁੱਖੀਆਂ ਪਿਆਸੀਆਂ ਬੈਠੀਆਂ ਹਾਂ। ਫੋਨ ਦੇ ਉੱਤੇ ਉਹਨਾਂ ਬੱਚੀਆਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਯੂਕਰੇਨ ਦੇ ਸ਼ਹਿਰ ਖਾਰੀਵ ਸਥਿਤ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਮੈਡੀਸਨ ਦੀ ਪੜ੍ਹਾਈ ਕਰ ਰਹੀਆਂ। ਜੰਗ ਕਰਕੇ ਹਾਲਾਤ ਇੱਥੇ ਬਦ ਤੋਂ ਬਦਤਰ ਹੋ ਰਹੇ ਆ। ਇਹਨਾਂ ਬੱਚੀਆਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਸਾਨੂੰ ਇੱਥੇ ਵਾਪਸ ਵੇਲੇ ਸਿਰ ਨਾ ਲਿਆਂਦਾ ਗਿਆ ਤਾਂ ਹਾਲਾਤ ਇੱਥੇ ਹੋਰ ਬੰਨੜੇ ਹੋਣ ਜਾ ਰਹੇ ਨੇ। ਚਾਰੇ ਪਾਸੇ ਬੰਬਾਂ ਦੀ ਧਮਕ ਦੇ ਕਰਕੇ ਲੋਕਾਂ ਦਾ ਜਿਉਣਾ ਇਸ ਵੇਲੇ ਦੁੱਭਰ ਹੋ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਕ੍ਰਿਸ਼ਨਾ ਸਕੁਆਇਰ ਤੇ ਤਿਲਕ ਨਗਰ ਦੇ 4 ਬੱਚੇ ਇੱਕੋ ਬੰਕਰ ਦੇ ਵਿੱਚ ਬੈਠੇ ਨੇ। ਉਹਨਾਂ ਦੇ ਮਾਤਾ ਪਿਤਾ ਨੇ ਸ਼ੁੱਕਰਵਾਰ ਨੂੰ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਕੋਲੇ ਬਸ ਤੁਸੀਂ ਹੀ ਸਹਾਰਾ ਹੋ, ਕਿਉਂਕਿ ਬੱਚਿਆਂ ਦੇ ਕੋਲ ਪੈਸੇ ਖਤਮ ਹੋ ਚੁੱਕੇ ਨੇ। ਯੂਕਰੇਨ ਦੇ ਵਿੱਚ ਪੜ੍ਹ ਰਹੀ ਕਾਇਨਾਤ ਮਹਾਜਨ ਦੀ ਮਾਤਾ ਨੇ ਕਿਹਾ ਕਿ ਉਸ ਦੀ ਬੇਟੀ ਅਗਸਤ ਦੀਆਂ ਛੁੱਟੀਆਂ ਤੋਂ ਬਾਅਦ ਵਾਪਸ ਗਈ ਹੈ। ਬੇਟੀ ਨਾਲ ਹਰ ਅੱਧੇ ਘੰਟੇ ਬਾਅਦ ਗੱਲ ਹੁੰਦੀ ਹੈ, ਪਰ ਹਰ ਵਾਰ ਚਿੰਤਾ ਵੱਧ ਰਹੀ ਹੈ। ਸੌਮਿਆ ਤੇ ਅੰਬੁਜ ਦੇ ਮਾਤਾ ਪਿਤਾ ਨੇ ਦੱਸਿਆ ਕਿ ਤਿੰਨੇ ਬੱਚੇ ਇੱਕੋ ਬੰਕਰ ਦੇ ਵਿੱਚ ਨੇ। ਲੰਘੀ ਰਾਤ ਹੋਸਟਲ ਮੈਨੇਜਮੈਂਟ ਉਹਨਾਂ ਨੂੰ ਮੈਸ ਦੇ ਵਿੱਚ ਲੈ ਕੇ ਆਈ। ਉਦੋਂ ਤੱਕ ਉੱਥੇ ਬਲਾਸਟ ਹੋ ਗਿਆ ਤੇ ਅੱਧੇ ਬੱਚੇ ਬੰਕਰ ਦੇ ਵਿੱਚ ਤੇ ਅੱਧੇ ਬੱਚੇ ਮੈਸ ਦੇ ਵਿੱਚ ਹੀ ਰਹਿ ਗਏ। ਮਾਪਿਆਂ ਨੇ ਦੱਸਿਆ ਕਿ ਉੱਥੋਂ ਦੀ ਕਰੰਸੀ ਬੱਚਿਆਂ ਦੇ ਕੋਲ ਹੁਣ ਨਹੀਂ ਰਹੀ ਤੇ ਐਕਸਚੇਂਜ ਵੀ ਨਹੀਂ ਹੋ ਰਹੀ। ਸਰਕਾਰ ਦੇ ਵੱਲੋਂ ਹਾਲੇ ਤੱਕ ਕੋਈ ਮਦਦ ਨਹੀਂ ਕੀਤੀ ਜਾ ਰਹੀ। ਬੱਚਿਆਂ ਨੂੰ ਹੰਗਰੀ ਬਾਰਡਰ ਦੇ ਜ਼ਰੀਏ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਉੱਥੋਂ ਹੰਗਰੀ ਬਾਰਡਰ 1000 ਕਿਲੋਮੀਟਰ ਦੂਰ ਹੈ। ਇੱਥੇ ਤੱਕ ਜਾਣਾ ਕਿਵੇਂ ਆ, ਇਹਦੇ ਬਾਰੇ ਕੁਝ ਨਹੀਂ ਦੱਸਿਆ ਜਾ ਰਿਹਾ। ਆਨਲਾਈਨ ਫਾਰਮ ਭਰੇ ਜਾ ਰਹੇ ਨੇ, ਪਰ ਸਰਕਾਰ ਨੂੰ ਹਰ ਕਦਮ ਜਲਦ ਤੋਂ ਜਲਦ ਚੁੱਕਣਾ ਚਾਹੀਦਾ, ਕਿਉਂਕਿ ਹੁਣ ਤੱਕ ਬੱਚੇ ਸੇਫ ਨੇ ਤੇ ਖਾਣਾ ਪੀਣਾ ਮਿਲ ਰਿਹਾ, ਪਰ ਹੌਲੀ-ਹੌਲੀ ਹਾਲਾਤ ਬਦਤਰ ਹੋ ਰਹੇ ਨੇ। ਇਸ ਕਰਕੇ ਕੁਝ ਨਾ ਕੁਝ ਸੋਚਿਆ ਜਾਵੇ। ਦੂਜੇ ਪਾਸੇ ਇਹ ਵੀ ਪਤਾ ਲੱਗਾ ਕਿ ਭਾਰਤ ਸਰਕਾਰ ਹੰਗਰੀ, ਪੋਲੈਂਡ ਤੇ ਸਲੋਵਾਕੀਆ ਬਾਰਡਰ ਪਹੁੰਚਣ ਵਾਸਤੇ ਕਹਿ ਰਹੀ ਹੈ ਪੰਜਾਬੀ ਵਿਦਿਆਰਥੀਆਂ ਨੂੰ, ਪਰ ਉਹ 650 ਕਿਲੋਮੀਟਰ ਦੂਰ ਪੈਦਲ ਕਿਵੇਂ ਚੱਲ ਕੇ ਜਾਣ, ਇਹ ਵੀ ਇੱਕ ਬਹੁਤ ਵੱਡਾ ਸਵਾਲ ਪੈਦਾ ਹੋ ਰਿਹਾ। ਤੇ 30-32 ਹਜ਼ਾਰ ਰੁਪਏ ਦਾ ਜਿਹੜਾ ਕਿਰਾਇਆ ਸੀ ਪਹਿਲਾਂ, ਉਹ ਹੁਣ 1.25 ਲੱਖ ਦੇ ਕਰੀਬ ਇੱਕ ਪਾਸੇ ਦਾ ਪਹੁੰਚ ਗਿਆ। ਇਸ ਕਰਕੇ ਜੋ ਲੁੱਟ ਮੱਚੀ ਹੈ ਚਾਰੇ ਪਾਸੇ, ਇਹਦੇ ਵੱਲ ਵੀ ਸਰਕਾਰ ਨੂੰ ਖਿਆਲ ਕਰਨ ਦੇ ਲਈ ਬੇਨਤੀ ਕੀਤੀ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਇਸ ਵੇਲੇ ਜਦੋਂ ਇਹਨਾਂ ਵਿਦਿਆਰਥੀਆਂ ਦੀ ਤੇ ਜਿਹੜੇ ਵੀ ਫਸੇ ਹੋਏ ਲੋਕ ਆ, ਭਾਵੇਂ ਉਹ ਪੰਜਾਬ ਦੇ ਆ ਭਾਵੇਂ ਪੰਜਾਬੋਂ ਬਾਹਰਲੇ ਕਿਸੇ ਹੋਰ ਸੂਬੇ ਦੇ ਆ, ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਸਾਡੇ ਦੇਸ਼ ਦੇ ਵਿੱਚ ਵਾਪਸ ਲੈ ਕੇ ਆਉਣਾ ਸਾਡੀਆਂ ਸਰਕਾਰਾਂ ਦਾ ਫਰਜ਼ ਬਣਦਾ। ਸਰਕਾਰਾਂ ਕਹਿੰਦੀਆਂ ਅਸੀਂ ਯਤਨ ਕਰ ਵੀ ਰਹੇ ਹਾਂ, ਤੁਹਾਡੇ ਯਤਨਾਂ ਦੇ ਉੱਤੇ ਅਸੀਂ ਸ਼ੱਕ ਨਹੀਂ ਕਰਦੇਗੇ। ਅਸੀਂ ਚਾਹੁੰਦੇ ਜੀ ਕਿ ਬਹੁਤ ਵਧੀਆ ਯਤਨ ਹੋਣ, ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਤਰੀਕੇ ਨਾਲ ਪਹੁੰਚਣ। ਪਰ ਕੀ ਇਹ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਕਿ ਏਅਰਲਾਈਨ ਕੰਪਨੀਆਂ ਜੋ ਮਨ ਆਈਆਂ ਕਰਦੀਆਂ ਇਸ ਵੇਲੇ, ਇੱਕ ਪਾਸੇ ਬੱਚਿਆਂ ਦੇ ਕੋਲੇ ਪੈਸੇ ਮੁੱਕ ਗਏ, ਦੂਜੇ ਪਾਸੇ ਮਾਪੇ ਆ ਜਿਹੜੇ ਇੱਥੇ ਪਰੇਸ਼ਾਨ ਆ, ਤੀਜੇ ਪਾਸੇ ਉਹਨਾਂ ਦੀਆਂ ਡਿਗਰੀਆਂ ਅੱਧ ਵਿਚਾਲੇ ਰਹਿ ਜਾਣੀਆਂ, ਚੌਥੇ ਪਾਸੇ ਉਹਨਾਂ ਦੇ ਸਕੂਲ ਕਾਲਜ ਯੂਨੀਵਰਸਿਟੀਆਂ ਬੰਦ ਹੋ ਗਏ ਆ। ਉਹ ਫਿਰ ਕਰਨ ਤਾਂ ਕੀ ਕਰਨ? ਇਹ ਤਾਂ ਬਿਲਕੁਲ ਫਸੇ ਨੂੰ ਹੋਰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੁੱਕਦੇ ਨੂੰ ਹੋਰ ਮੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਸਰਕਾਰ ਤਾੜਨਾ ਕਰੇ ਏਅਰਲਾਈਨ ਕੰਪਨੀਆਂ ਨੂੰ ਕਿ ਤੁਸੀਂ ਭਾਈ ਆਪਦੀਆਂ ਚਮਦੀਆਂ ਨਹੀਂ ਚਲਾਉਣੀਆਂ। ਜੇਕਰ ਪਹਿਲਾਂ 30,000 ਸੀ 35,000 ਸੀ ਇੱਕ ਪਾਸੇ ਦਾ ਮੁੱਲ ਟਿਕਟ ਦਾ, ਹੁਣ ਚਲੋ 40,000 ਹੋ ਗਿਆ। ਪਰ ਜੇਕਰ ਤੁਸੀਂ 30,000 ਦੀ ਥਾਂ ਤੇ 1.25 ਲੱਖ ਰੁਪਈਆ ਲਓਗੇ, ਮਤਲਬ ਲੱਖ ਰੁਪਈਆ ਤੁਸੀਂ ਵੱਧ ਲੈਣ ਲੱਗ ਜਾਓਗੇ, ਤਾਂ ਇੰਨਾ ਪੈਸਾ ਕਿੱਥੋਂ ਲੈ ਕੇ ਆਉਣਗੇ? ਜੇ ਤਾਂ ਬੰਦੇ ਦਾ ਕੰਮਕਾਜ ਚੱਲਦਾ ਹੋਵੇ, ਬੰਦਾ ਇਹ ਗੱਲ ਕਹਿੰਦਾ ਵੀ ਚਲੋ ਕੋਈ ਨਾ, ਕੋਈ ਫਰਕ ਨਹੀਂ ਪੈਂਦਾ। ਪਰ ਜਦੋਂ ਚਾਰੇ ਪਾਸਿਓਂ ਘੁੱਟਣ ਮਹਿਸੂਸ ਹੁੰਦੀ ਹੋਵੇ, ਜਦੋਂ ਜ਼ਿੰਦਗੀ ਦਾਅ ਦੇ ਉੱਤੇ ਲੱਗੀ ਹੋਵੇ, ਉਦੋਂ ਬੰਦੇ ਨੂੰ ਇਸ ਤਰੀਕੇ ਨਾਲ ਚੂੰਡਣਾ ਠੀਕ ਨਹੀਂ ਹੁੰਦਾ। ਸਰਕਾਰ ਨੂੰ ਇਹਦੇ ਵੱਲ ਵੀ ਖਿਆਲ ਕਰਨਾ ਚਾਹੀਦਾ। ਸੋ ਪੰਜਾਬ ਦੇ ਬੱਚੇ, ਭਾਰਤ ਦੇ ਬਾਕੀ ਵੱਖ-ਵੱਖ ਸੂਬਿਆਂ ਦੇ ਬੱਚੇ ਉੱਥੇ ਗਏ ਹੋਏ ਆ ਤੇ ਬੜੀ ਵੱਡੀ ਗਿਣਤੀ 'ਚ ਫਸੇ ਹੋਏ ਆ। ਉਹ ਆਪਣੇ ਦੇਸ਼ ਦੇ ਵੱਲ ਆਉਣ ਦੇ ਲਈ ਔਲਦੇ ਆ, ਉਹਨਾਂ ਦੀ ਸਾਰ ਲੈਣੀ ਚਾਹੀਦੀ ਹੈ। ਪਾਣੀਪਤ ਦਾ ਇੱਕ ਅਨਿਲ ਨਾਂ ਦਾ ਨੌਜਵਾਨ ਆਇਆ, ਉਹਨੇ ਇਹ ਗੱਲ ਕਹੀ ਹੈ ਕਿ ਮੇਰੇ ਕਈ ਸਾਥੀ ਉੱਥੇ ਬੰਕਰਾਂ ਦੇ ਵਿੱਚ ਫਸੇ ਹੋਏ ਆ, ਪਰ ਮੈਂ ਇੱਥੇ ਆਉਣ ਦੇ ਵਿੱਚ ਕਾਮਯਾਬ ਹੋ ਗਿਆ। ਉਹਨੇ ਇਹ ਗੱਲ ਕਹੀ ਹੈ ਜੀ ਕਿ ਉੱਥੇ ਦੁਕਾਨਾਂ ਦੇ ਉੱਤੇ ਖਾਣ ਪੀਣ ਦਾ ਸਮਾਨ ਮੁੱਕ ਗਿਆ, ਉੱਥੇ ਲੁੱਟ ਖੋਹ ਦੀਆਂ ਵਾਰਦਾਤਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਕਿਉਂਕਿ ਜਦੋਂ ਕਿਤੇ ਖਾਣ ਪੀਣ ਦਾ ਸਮਾਨ ਮੁੱਕੂਗਾ, ਜਦੋਂ ਮਨੁੱਖੀ ਲੋੜਾਂ ਦੀ ਪੂਰਤੀ ਨਾ ਹੋਊਗੀ, ਤਾਂ ਫਿਰ ਬੰਦਾ ਧੌਲ ਧੱਫਾ ਕਰਦਾ, ਫਿਰ ਬੰਦਾ ਕੋਈ ਵੀ ਹੈ ਜਿਹੜਾ ਉਹ ਅਣਸਖਾਵੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ। ਜੇਕਰ ਇਹ ਕੁਝ ਵੱਡੇ ਪੱਧਰ 'ਤੇ ਹੋਣ ਲੱਗ ਪਿਆ ਤਾਂ ਬਹੁਤ ਨੁਕਸਾਨ ਹੋਊਗਾ।
ਯੂਕਰੇਨ ਦੇ ਵਿੱਚ ਭਾਵੇਂ ਕਿਸੇ ਵੀ ਦੇਸ਼ ਦੇ ਲੋਕ ਰਹਿੰਦੇ ਆ। ਸੋ ਸਰਕਾਰਾਂ ਨੂੰ ਇਸ ਮਸਲੇ ਤੇ ਗੌਰ ਕਰਨੀ ਚਾਹੀਦੀ ਆ। ਇਹ ਜਿਹੜੇ ਯੁੱਧ ਆ ਇਹਦੇ ਵਿੱਚ ਬਾਕੀ ਦੇਸ਼ਾਂ ਨੂੰ ਦਖਲ ਦੇ ਕੇ ਇਹਦੀ ਸਮਾਪਤੀ ਕਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਤਾਂ ਇਹਦੇ ਵਿੱਚ ਦਖਲ ਦੇਣ ਦੀ ਗੱਲ ਕੀਤੀ ਹੈ। ਬਾਕੀ ਦੇਸ਼ਾਂ ਨੂੰ ਵੀ ਕੁਝ ਨਾ ਕੁਝ ਕਰਨਾ ਚਾਹੀਦਾ। ਯੂਕਰੇਨ ਦੇ ਜੋ ਉੱਥੇ ਗ੍ਰਹਿ ਵਿਭਾਗ ਦੇ ਮੰਤਰੀ ਆ, ਉਹਨਾਂ ਨੇ ਇਤਰਾਜ਼ ਜ਼ਾਹਰ ਕੀਤਾ ਕਿ ਇਸ ਔਖੀ ਘੜੀ ਦੇ ਵਿੱਚ ਸਾਡਾ ਅਮਰੀਕਾ ਦੇ ਵੱਲੋਂ ਤੇ ਨਾਟੋ ਦੇਸ਼ਾਂ ਦੇ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ, ਕੋਈ ਸਾਥ ਨਹੀਂ ਦਿੱਤਾ ਗਿਆ। ਸਾਨੂੰ ਇਸ ਗੱਲ ਦਾ ਬੇਹੱਦ ਦੁੱਖ ਆ, ਉਹਨਾਂ ਦਾ ਇਹ ਕਹਿਣਾ। ਹੁਣ ਜਦੋਂ 10 ਮਾਰਚ ਨੂੰ ਪੰਜਾਬ ਦੀਆਂ ਤੇ ਬਾਕੀ ਵੱਖ-ਵੱਖ ਸੂਬਿਆਂ ਦੀਆਂ ਚੋਣਾਂ ਦੇ ਨਤੀਜੇ ਆਉਣੇ ਆ ਤਾਂ ਬਹੁਤ ਵੱਡੇ ਸਵਾਲ ਪੈਦਾ ਹੋਣੇ ਸ਼ੁਰੂ ਹੋ ਗਿਆ ਕਿ ਜਿੱਤੂਗਾ ਕੌਣ। ਅੰਦਾਜ਼ਿਆਂ ਦੇ ਬਾਜ਼ਾਰ ਗਰਮ ਆ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਜਿਹਦੀ ਜਿੰਨੀ ਕੁ ਸੋਚ ਆ, ਜਿਹਦੀ ਜਿੰਨੀ ਕੁ ਪਹੁੰਚ ਆ, ਜਿਹਦੇ ਜਿੰਨੇ ਕੁ ਤੀਖਣ ਅੰਦਾਜ਼ੇ ਆ, ਉਹ ਉਹਦੇ ਮੁਤਾਬਕ ਗੱਲਬਾਤ ਕਰ ਰਿਹਾ। ਪਰ ਸੱਚੀ ਗੱਲ ਇਹ ਆ ਵੀ ਐਤਕੀ ਢਿੱਡੋਂ ਕੋਈ ਵੀ ਨਹੀਂ ਇਹ ਗੱਲ ਕਹਿੰਦਾ ਕਿ ਫਲਾਨੀ ਪਾਰਟੀ ਜਿੱਤ ਜਾਣੀ ਆ। ਕਹਿੰਦੇ ਕਹਾਉਂਦੇ ਉਮੀਦਵਾਰ ਇਸ ਗੱਲ ਦੇ ਆਸਰੇ ਤੇ ਖੜੇ, ਮਨ ਨੂੰ ਧਰਵਾਸ ਜਿਹਾ ਦੇਣ ਦੇ ਲਈ ਵੀ ਨਹੀਂ ਕੋਈ ਗੱਲ ਨਹੀਂ ਐਤਕੀ ਆਪਾਂ ਜਿੱਤ ਜਾਾਂਗੇ। ਨਾਲ ਦੇ ਵੀ ਇਹ ਗੱਲ ਕਹਿੰਦੇ ਵੀ ਬੇਫਿਕਰ ਰਹੋ, ਜਿੱਤ ਵੱਟ ਤੇ ਪਈ ਆ। ਪਰ ਧੁੜਕੂ ਤਾਂ ਧੁੜਕੂ ਹੀ ਆ। ਜਿੱਤਣਾ ਕਿਹਨੇ ਆ, ਹਾਰਨਾ ਕਿਹਨੇ ਆ? ਇੱਕ ਜਾਣੇ ਨਹੀਂ ਜਿੱਤਣਾ, ਬਾਕੀਆਂ ਨੇ ਹਾਰ ਜਾਣਾ। ਪਰ ਜਿਹੜਾ ਜਿੱਤੂਗਾ ਉਹਨੇ ਖੁਸ਼ੀਆਂ ਬੇਸ਼ੱਕ ਮਨਾਉਣੀਆਂ, ਪਰ ਕੌਣ ਜਿੱਤੂਗਾ ਇਸ ਵਕਤ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ। ਪਰ ਹੁਣ ਸਿਆਸੀ ਪਾਰਟੀਆਂ ਦੇ ਵੱਲੋਂ ਇੱਕ ਐਨਾਲਿਸਿਸ ਕੀਤਾ ਜਾ ਰਿਹਾ, ਇੱਕ ਚਿੰਤਨ ਕੀਤਾ ਜਾ ਰਿਹਾ, ਬੈਠ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਕਿ ਜੋ ਦੀਪ ਸਿੱਧੂ ਦਾ ਮਸਲਾ ਉੱਠਿਆ, ਜਿਸ ਤਰੀਕੇ ਨਾਲ ਦੀਪ ਸਿੱਧੂ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਆਪਣੀ ਮੌਤ ਤੋਂ ਪਹਿਲਾਂ, ਜਿਸ ਤਰੀਕੇ ਦੇ ਨਾਲ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਚੱਲੀ ਕਿ ਐਤਕੀ ਝਾੜੂ ਨੂੰ ਨਹੀਂ ਸਗੋਂ ਵੋਟ ਪਾਓ ਤੁਸੀਂ ਬਾਲਟੀ ਨੂੰ, ਯਾਨੀ ਕਿ ਅਕਾਲੀ ਦਲ ਅੰਮ੍ਰਿਤਸਰ ਨੂੰ ਵੋਟ ਪੈਣੀ ਚਾਹੀਦੀ ਹੈ। ਇਹ ਜਿਹੜੀ ਗੱਲ ਉੱਠੀ ਹੈ, ਇਹਦੇ ਕਰਕੇ ਕਿਹਦਾ ਕਿੰਨਾ ਨੁਕਸਾਨ ਹੁੰਦਾ, ਹੁਣ ਇਸ ਗੱਲ ਦੇ ਉੱਤੇ ਚਰਚਾ ਚੱਲ ਰਹੀ ਹੈ। ਮਾਲਵਾ ਖੇਤਰ ਦੇ ਵਿੱਚ ਝਾੜੂ ਦੀ ਬੱਲੇ ਬੱਲੇ ਰਹੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਅੰਤਲੇ 2-3 ਦਿਨਾਂ ਦੇ ਵਿੱਚ ਕੀ ਹੋਇਆ ਇਹਦੇ ਬਾਬਤ ਹੁਣ ਐਨਾਲਿਸਿਸ ਚੱਲ ਰਹੇ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪਿਛਲੀ ਵਾਰ ਯਾਨੀ ਕਿ 17 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਅੰਤਲੇ 2-3 ਦਿਨਾਂ ਦੇ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ। ਐਤਕੀ ਕੁਮਾਰ ਵਿਸ਼ਵਾਸ ਨੇ 3-4 ਦਿਨ ਪਹਿਲਾਂ ਮੋਰਚਾ ਖੋਲ੍ਹ ਲਿਆ ਕਿ ਜੀ ਇਹਨਾਂ ਦੇ ਵੱਖਵਾਦੀ ਆ ਜਿਹੜੇ ਉਹ ਵਿਚਾਰ ਕਿਸ ਤਰੀਕੇ ਦੇ ਨਾਲ ਕੇਜਰੀਵਾਲ ਦੇ। ਉਧਰ ਆਪਾਂ ਜਾਣਦੇ ਹਾਂ ਕਿ ਕੇਜਰੀਵਾਲ ਹੋਰਾਂ ਨੂੰ ਵੱਖ-ਵੱਖ ਹੋਰ ਮੁੱਦਿਆਂ ਦੇ ਉੱਤੇ ਘੇਰਾ ਪਾਇਆ ਗਿਆ। ਉਹਦੇ ਵਿੱਚ ਇੱਕ ਦੀਪ ਸਿੱਧੂ ਵਾਲਾ ਮਸਲਾ ਵੀ ਉੱਠ ਕੇ ਆਇਆ। ਉਹਦੇ ਵਿੱਚ ਕੁਝ ਕੁ ਹੋਰ ਗੱਲਾਂ ਜਿਹਦੇ ਵਿੱਚ ਡੇਰਾ ਸਿਰਸਾ ਦਾ ਫੈਕਟਰ ਵੀ ਸਾਹਮਣੇ ਆ ਰਿਹਾ ਹੈਗਾ। ਸੋ ਵਕਤ ਦੱਸੂਗਾ ਵੀ ਭਾਈ ਕਿੰਨੀਆਂ ਵੋਟਾਂ ਕਿਹਨੂੰ ਪੈਂਦੀਆਂ। ਪਰ ਇਸ ਗੱਲ ਦਾ ਐਨਾਲਿਸਿਸ ਕੀਤਾ ਜਾ ਰਿਹਾ ਕਿ ਦੀਪ ਸਿੱਧੂ ਵਾਲਾ ਜਿਹੜਾ ਮਸਲਾ ਉਹਦੇ ਨਾਲ ਕਿਹਦੀ ਕਿੰਨੀ ਕੁ ਵੋਟ ਬੈਂਕ ਪ੍ਰਭਾਵਿਤ ਹੋਈ ਹੋਊਗੀ ਤੇ ਬਾਲਟੀ ਚੋਣ ਨਿਸ਼ਾਨ ਨੂੰ ਕਿੰਨੀ ਕੁ ਵੋਟ ਗਈ ਹੋਊਗੀ। ਕਿਉਂਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਹਮਦਰਦੀ ਦੇ ਕਰਕੇ ਉਧਰ ਨੂੰ ਵੋਟ ਤਾਂ ਟਰਾਂਸਫਰ ਹੋਈ ਆ, ਉਧਰ ਨੂੰ ਵੋਟ ਤਾਂ ਤਬਦੀਲ ਹੋਈ ਹੈ। ਪਰ ਕੀ ਇਹ ਖੁਦ ਜਿੱਤਣ ਦੇ ਵੀ ਸਮਰੱਥ ਕਰੂਗੀ ਜਾਂ ਇਹ ਕਿਸੇ ਨੂੰ ਹਰਾਉਣ 'ਚ ਯੋਗਦਾਨ ਪਾਊਗੀ ਤੇ ਫਿਰ ਕਿਹਨੂੰ ਜਿਤਾਉਣ ਦੇ ਵਿੱਚ ਯੋਗਦਾਨ ਪਾਊਗੀ। ਹੁਣ ਰਾਜਨੀਤਿਕ ਲੋਕ ਜਿੱਥੇ 4 ਬੰਦੇ ਬੈਠਦੇ ਆ, ਖਾਸ ਕਰਕੇ ਮਾਲਵੇ ਦੇ, ਉਹਨਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਚਰਚਾ ਜ਼ਰੂਰ ਕੀਤੀ ਜਾ ਰਹੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਤੇ ਫਿਰ ਕਰਾਂਗੇ ਟਿੱਪਣੀ। ਦੀਪ ਸਿੱਧੂ ਦੀ ਬੇਵਕਤੀ ਮੌਤ ਤੋਂ ਬਾਅਦ ਜਿਸ ਤਰੀਕੇ ਦੇ ਹਾਲਾਤ ਬਣੇ ਨੇ ਉਹਦੇ ਬਾਬਤ ਹਰ ਰੋਜ਼ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ। ਇੱਥੇ ਵੀ ਦੱਸਣਾ ਬਣਦਾ ਹੈ ਕਿ ਦੀਪ ਸਿੱਧੂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਅਮਰਗੜ੍ਹ ਖੇਤਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਵੋਟਾਂ ਪਾਉਣ ਦੇ ਲਈ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਤੇ ਜਿਸ ਤਰੀਕੇ ਦੇ ਨਾਲ ਦੀਪ ਸਿੱਧੂ ਬੇਵਕਤੀ ਜਹਾਨ ਤੋਂ ਕੂਚ ਕਰ ਗਿਆ ਸੜਕ ਹਾਦਸੇ ਵਿੱਚ, ਇਸ ਗੱਲ ਦੇ ਉੱਤੇ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਇੱਕ ਪਾਸੇ ਜਿੱਥੇ ਦੀਪ ਸਿੱਧੂ ਦੀ ਮੌਤ ਦੇ ਮਾਮਲੇ ਦੇ ਉੱਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਪੜਤਾਲ ਯੂਨੀਅਨ ਤੋਂ ਕਰਾਉਣੀ ਚਾਹੀਦੀ ਹੈ। ਦੂਜੇ ਪਾਸੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਦੀਪ ਸਿੱਧੂ ਦੇ ਵੱਲੋਂ ਜੋ ਲੋਕਾਂ ਨੂੰ ਵੋਟਾਂ ਪਾਉਣ ਦੇ ਲਈ ਪ੍ਰੇਰਿਤ ਕੀਤਾ ਗਿਆ ਸਿਮਰਨਜੀਤ ਸਿੰਘ ਮਾਨ ਦੇ ਗਰੁੱਪ ਨੂੰ, ਉਹਦੇ ਨਾਲ ਮਾਨ ਗਰੁੱਪ ਕਿੰਨਾ ਕੁ ਮਜ਼ਬੂਤ ਹੋਇਆ ਹੋਏਗਾ ਤੇ ਝਾੜੂ ਦਾ ਕਿੰਨਾ ਕੁ ਨੁਕਸਾਨ ਹੋਇਆ ਹੋਏਗਾ। ਹਾਲਾਂਕਿ ਇਹ ਇਕੱਲੇ ਝਾੜੂ ਦੀ ਗੱਲ ਨਹੀਂ, ਹੋਰ ਵੀ ਵੱਖ-ਵੱਖ ਸਿਆਸੀ ਪਾਰਟੀਆਂ ਦਾ ਨਫਾ ਜਾਂ ਨੁਕਸਾਨ ਹੋਇਆ ਹੋਏਗਾ। ਪਰ ਮਨੁੱਖੀ ਜ਼ਿੰਦਗੀ ਤੋਂ ਵੱਡਾ ਕੁਝ ਵੀ ਨਹੀਂ। ਦੀਪ ਸਿੱਧੂ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਅਲਖ ਜਗਾਈ, ਦੀਪ ਸਿੱਧੂ ਨੇ ਜਿਸ ਤਰੀਕੇ ਦੇ ਨਾਲ ਮੋਹਰੀ ਰੋਲ ਅਦਾ ਕੀਤਾ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਉਸ ਨੌਜਵਾਨ ਦੀ ਬੇਵਕਤੀ ਮੌਤ ਹੋਈ, ਉਹਦੇ ਕਰਕੇ ਹਰ ਕੋਈ ਗਮਗੀਨ ਹੈ। ਪਰ ਰਾਜਨੀਤਿਕ ਲੋਕਾਂ ਦੇ ਇੱਕ ਹਿੱਸੇ ਦੇ ਵੱਲੋਂ ਇਸ ਗੱਲ ਦੀਆਂ ਗਿਣਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਵੋਟਾਂ ਦੇ ਵਿੱਚ ਹਮਦਰਦੀ ਦੀ ਭਾਵਨਾ ਕਰਕੇ ਕਿਹਦਾ ਕਿੰਨਾ ਨੁਕਸਾਨ ਹੋਇਆ ਹੋਏਗਾ ਤੇ ਕਿਸ ਦਾ ਕਿੰਨਾ ਫਾਇਦਾ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਦੀਪ ਸਿੱਧੂ ਦੀ ਬੇਵਕਤੀ ਮੌਤ ਹੋਈ ਹੈ, ਦੁੱਖ ਹੋਇਆ, ਸਭ ਨੂੰ ਹੋਇਆ, ਹਰ ਅੱਖ ਨਮ ਹੋਈ ਹੈ। ਤੇ ਇਸ ਗੱਲ ਦੀ ਸਭ ਤੋਂ ਵੱਡੀ ਉਦਾਹਰਨ ਹੈ ਕਿ ਪਰਸੋਂ ਜਦੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਰਧਾਂਜਲੀ ਸਮਾਗਮ ਸੀ ਤਾਂ ਉੱਥੇ ਤਿਲ ਸੁੱਟਣ ਜੋਗੀ ਥਾਂ ਬਾਕੀ ਨਹੀਂ ਸੀ। ਦੀਪ ਸਿੱਧੂ ਤੁਰ ਗਿਆ, ਕਿਸੇ ਦੇ ਤੁਰੇ ਨੇ ਵਾਪਸ ਨਹੀਂ ਆਉਣਾ। ਪਰ ਗੱਲ ਇਹ ਹੈ ਕਿ ਦੀਪ ਸਿੱਧੂ ਨੇ ਜਾਣ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਆਵਾਜ਼ ਚੁੱਕੀ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ, ਜਿਸ ਤਰੀਕੇ ਨਾਲ ਮੌਤ ਹੋਈ ਤੇ ਜਦੋਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਲਹਿਰ ਬਣੀ ਵੋਟਾਂ ਤੋਂ ਤੋੜਨ ਪਹਿਲਾਂ ਕਿ ਭਾਈ ਵੋਟਾਂ ਕਿਹਨੂੰ ਪੈਣੀਆਂ ਚਾਹੀਦੀਆਂ ਤੇ ਕਿਹਨੂੰ ਨਹੀਂ, ਇਸੇ ਕਰਕੇ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਬਾਕੀ ਵੱਖ-ਵੱਖ ਸਿਆਸੀ ਧਿਰਾਂ ਦੇ ਵੱਲੋਂ ਇਸ ਗੱਲ ਦੇ ਉੱਤੇ
ਚਿੰਤਨ ਕੀਤਾ ਜਾ ਰਿਹਾ ਕਿ ਕੀ ਫਰਕ ਪਿਆ ਹੋਏਗਾ। ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ ਗਏ ਆ। ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਸਿਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਫਰਲੋ ਤੋਂ ਬਾਅਦ ਜੋ ਹਾਲਾਤ ਬਣੇ ਤੇ ਜਿਵੇਂ ਵੋਟਾਂ ਪਾਉਣ ਦੇ ਲਈ ਇੱਕ ਸਿਆਸੀ ਪਾਰਟੀ ਨੂੰ ਸੁਨੇਹਾ ਭੇਜਿਆ ਗਿਆ, ਇਸ ਮਾਮਲੇ ਦੇ ਉੱਤੇ ਵੀ ਚਰਚਾ ਚੱਲ ਰਹੀ ਹੈ। ਕਿਉਂਕਿ ਜੇਕਰ ਸ਼ਹਿਰੀ ਖੇਤਰ ਦੀਆਂ ਵੋਟਾਂ ਇੱਕ ਸਿਆਸੀ ਧਿਰ ਨੂੰ ਭੁਗਤਦੀਆਂ ਨੇ ਤਾਂ ਬਾਕੀ ਸਿਆਸੀ ਧਿਰਾਂ ਦਾ ਉਹਨੂੰ ਕੀ ਫਾਇਦਾ ਤੇ ਨੁਕਸਾਨ ਮਹਿਸੂਸ ਹੁੰਦਾ, ਇਹਦੇ ਬਾਬਤ ਵੀ ਚਰਚਾ ਚੱਲ ਰਹੀ ਹੈ। ਸੋ ਪੰਜਾਬ ਦੇ ਵਿੱਚ ਨਤੀਜੇ ਬੇਸ਼ੱਕ 10 ਮਾਰਚ ਨੂੰ ਆਉਣੇ ਨੇ, ਪਰ ਹੁਣੇ ਤੋਂ ਸਿਆਸੀ ਗਿਣਤੀਆਂ ਮਿਣਤੀਆਂ ਸ਼ੁਰੂ ਹੋ ਚੁੱਕੀਆਂ ਨੇ। ਪਰ ਇਹ ਵੀ ਗੱਲ ਦੱਸਣੀ ਬਣਦੀ ਹੈ ਕਿ ਇਸ ਵੇਲੇ ਜੋੜ ਤੋੜ ਦਾ ਸਿਲਸਿਲਾ ਕਿ ਜੇਕਰ ਸਾਨੂੰ ਬਹੁਮਤ ਨਾ ਮਿਲਿਆ ਤਾਂ ਕਿਹੜੀ ਪਾਰਟੀ ਦੇ ਵਿਧਾਇਕਾਂ ਨੂੰ ਆਪਣੇ ਪਾਲੇ ਦੇ ਵਿੱਚ ਖੜੇ ਕੀਤਾ ਜਾ ਸਕਦਾ, ਇਹਦੇ ਬਾਬਤ ਵੀ ਕੋਸ਼ਿਸ਼ਾਂ ਦਾ ਦੌਰ ਜਾਰੀ ਹੈ। ਹਾਲਾਂਕਿ ਨੰਗੇ ਚਿੱਟੇ ਤੌਰ ਦੇ ਉੱਤੇ ਨਹੀਂ, ਪਰ ਅੰਦਰ ਖਾਤੇ ਗੁਪਤ ਮੀਟਿੰਗਾਂ ਕਈ ਪਾਸੇ ਕਈਆਂ ਦੀਆਂ ਹੋਣ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਕਿ ਫਲਾਨੀ ਪਾਰਟੀ ਦਾ ਜਿਹੜਾ ਵਿਧਾਇਕ ਆ ਉਹਨੂੰ ਜੇਕਰ ਇਧਰਲੇ ਪਾਸੇ ਕਰ ਲਿਆ ਜਾਂਦਾ, ਜੇਕਰ ਫਲਾਨੀ ਪਾਰਟੀ ਬਾਹਰ ਰਹਿ ਕੇ ਇੱਕ ਪਾਰਟੀ ਨੂੰ ਜਿਹੜੀ ਹਮਾਇਤ ਦੇ ਦਿੰਦੀ ਹੈ, ਸਰਕਾਰ ਇੱਕ ਵਾਰੀ ਬਣ ਜਾਂਦੀ ਹੈ। ਇੱਦਾਂ ਦੀਆਂ ਚਰਚਾਵਾਂ ਚੱਲ ਰਹੀਆਂ। ਪਰ ਕੀ ਪੰਜਾਬ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਐਤਕੀ ਬਹੁਮਤ ਮਿਲੂ? ਕੀ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲੂ? ਜੇ ਨਹੀਂ ਬਹੁਮਤ ਮਿਲਦਾ ਤਾਂ ਕਿਹੜੀ ਪਾਰਟੀ ਮਿਲ ਕੇ ਸਰਕਾਰ ਬਣਾਊ? ਜੇਕਰ ਕਿਸੇ ਵੀ ਪਾਰਟੀ ਦੀ ਸਰਕਾਰ ਨਹੀਂ ਬਣਦੀ ਤਾਂ ਕੀ ਪੰਜਾਬ ਦੇ ਵਿੱਚ ਗਵਰਨਰ ਰਾਜ ਲਾਗੂ ਹੋਊ? ਇਸ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਚਾਰੇ ਪਾਸੇ ਗਰਮ ਹੈ। ਹਰ ਪਾਸੇ ਇਹਨਾਂ ਸਵਾਲਾਂ ਦੇ ਉੱਤੇ ਚਰਚਾ ਹੁੰਦੀ ਹੈ। ਨਤੀਜਾ ਹਾਲ ਦੀ ਘੜੀ ਕੋਈ ਵੀ ਅੰਤਲਾ ਨਿਕਲ ਨਹੀਂ ਰਿਹਾ। ਬਿਕਰਮ ਸਿੰਘ ਮਜੀਠੀਆ ਜਿਹੜੇ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਆ, ਉਹਨਾਂ ਨੂੰ ਕੱਲ੍ਹ ਇੱਕ ਵੱਡਾ ਝਟਕਾ ਲੱਗਾ ਕਿਉਂਕਿ ਮੋਹਾਲੀ ਦੀ ਅਦਾਲਤ ਦੇ ਵੱਲੋਂ ਉਹਨਾਂ ਦੀ ਜ਼ਮਾਨਤ ਅਰਜ਼ੀ ਹੈ ਜਿਹੜੀ ਉਹ ਰੱਦ ਕਰ ਦਿੱਤੀ ਗਈ ਹੈ। ਆਪਾਂ ਜਾਣਦੇ ਹਾਂ ਕਿ 25 ਤਰੀਕ ਨੂੰ ਉਹਨਾਂ ਨੇ ਸਰੈਂਡਰ ਕੀਤਾ ਮੋਹਾਲੀ ਅਦਾਲਤ ਦੇ ਵਿੱਚ, ਫਿਰ ਸੰਗਰੂਰ ਲੈ ਕੇ ਗਏ। ਉਸ ਤੋਂ ਬਾਅਦ ਪਟਿਆਲਾ ਦੀ ਅਦਾਲਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਸ਼ਿਫਟ ਕੀਤਾ ਗਿਆ। ਉਸ ਤੋਂ ਬਾਅਦ ਖਬਰ ਇਹ ਆਈ ਜੀ ਕਿ ਹੁਣ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਮਜੀਠੀਆ ਹੋਰਾਂ ਦੀ, ਤੇ ਹੁਣ ਉਹਨਾਂ ਦੇ ਵਕੀਲਾਂ ਦੇ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਊ ਕਿ ਹਾਈ ਕੋਰਟ ਦੇ ਵੱਲੋਂ ਬਿਕਰਮ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਜਾਊ, ਜਾਂ ਜੇਕਰ ਹਾਈ ਕੋਰਟ ਦੇ ਵੱਲੋਂ ਵੀ ਨਹੀਂ ਜ਼ਮਾਨਤ ਦਿੱਤੀ ਜਾਂਦੀ ਤਾਂ ਸੁਪਰੀਮ ਕੋਰਟ ਦਾ ਰੁਖ ਕਰਨਾ ਪਊ। ਇਹ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਲੁਕੇ ਹੋਏ ਸਵਾਲ ਆ ਕਿ ਆਉਂਦਾ ਪੈਂਤੜਾ ਕੀ ਪੜਾਉਣਾ ਪਊ, ਆਉਂਦੇ ਸਮੇਂ ਦੇ ਵਿੱਚ ਕੀ ਉਦਮ ਕਰਨਾ ਪਊ। ਪਰ ਇਸ ਵੇਲੇ ਅਕਾਲੀ ਦਲ ਦੇ ਉੱਤੇ ਸ਼ਬਦਕ ਵਾਰ ਕਾਂਗਰਸ ਦੇ ਵੱਲੋਂ ਕੀਤੇ ਜਾ ਰਹੇ ਆ। ਆਮ ਆਦਮੀ ਪਾਰਟੀ ਦਾ ਕਹਿਣਾ ਕਿ ਦੇਰ ਨਾਲ ਕੀਤਾ ਗਿਆ ਸਵਾਗਤਯੋਗ ਫੈਸਲਾ, ਅਕਾਲੀ ਦਲ ਦਾ ਇਹ ਕਹਿਣਾ ਕਿ ਬਦਲਾਖੋਰੀ ਵਾਲਾ ਫੈਸਲਾ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਲੰਘੇ ਕੱਲ੍ਹ ਅਦਾਲਤ ਵੱਲੋਂ ਵੱਡਾ ਝਟਕਾ ਦਿੱਤਾ ਗਿਆ। ਮੋਹਾਲੀ ਅਦਾਲਤ ਨੇ ਉਹਨਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਇਸ ਵੇਲੇ ਮਜੀਠੀਆ ਪਟਿਆਲਾ ਜੇਲ੍ਹ ਵਿੱਚ ਬੰਦ ਨੇ। ਹੁਣ ਉਹ ਜ਼ਮਾਨਤ ਵਾਸਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰਨਗੇ। SIT ਦੇ ਵੱਲੋਂ ਸਰਕਾਰੀ ਵਕੀਲ ਨੇ NDPS ਐਕਟ ਦੇ ਤਹਿਤ ਲੱਗੇ ਹੋਏ ਦੋਸ਼ਾਂ ਦੀ ਗੰਭੀਰਤਾ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਦਾ ਵਿਰੋਧ ਕੀਤਾ ਤੇ ਸਪੈਸ਼ਲ ਟਾਸਕ ਫੋਰਸ ਰਿਪੋਰਟ ਦੇ ਬਾਰੇ ਵਿੱਚ ਦੱਸਿਆ ਤੇ ਉਸੇ ਆਧਾਰ ਦੇ ਉੱਤੇ ਕੇਸ ਦਰਜ ਕੀਤੇ ਜਾਣ ਦੀ ਗੱਲ ਵੀ ਕਹੀ ਹੈ, ਜਿਹਦੇ ਵਿੱਚ ਨਸ਼ਾ ਤਸਕਰਾਂ ਨੇ ਮਜੀਠੀਆ ਦਾ ਨਾਂ ਲਏ ਹੋਣ ਦੀ ਗੱਲ ਦੁਹਰਾਈ ਗਈ ਹੈ। ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਐਡਵੋਕੇਟ ਅਰਸ਼ਦੀਪ ਕਲੇਰ ਨੇ ਕਿਹਾ, ਇਹ ਕੋਰਟ ਦਾ ਫੈਸਲਾ ਹੈ, ਅਸੀਂ ਹਾਈ ਕੋਰਟ ਜਾਵਾਂਗੇ। ਉਹਨਾਂ ਨੇ ਕਿਹਾ ਕਿ ਸਟੇਟ ਮਸ਼ੀਨਰੀ ਦੀ ਵਰਤੋਂ ਦੇ ਨਾਲ ਇਸ ਕੇਸ ਨੂੰ ਟੈਕਨੀਕਲੀ ਉਲਝਾ ਦਿੱਤਾ ਗਿਆ। NDPS ਐਕਟ ਦੀਆਂ ਧਾਰਾਵਾਂ ਇਹੋ ਜਿਹੀਆਂ ਲਾਈਆਂ ਗਈਆਂ ਨੇ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਦੀ SIT ਨੇ ਪੁੱਛਗਿੱਛ ਕਰ ਲਈ ਸੀ। ਉਹਨਾਂ ਨੇ ਫਿਰ ਪੁਲਿਸ ਰਿਮਾਂਡ ਤੱਕ ਨਹੀਂ ਸੀ ਮੰਗਿਆ। ਫਿਲਹਾਲ ਇਸ ਮਾਮਲੇ ਦੇ ਵਿੱਚ ਕੋਰਟ ਦੇ ਆਰਡਰ ਨੂੰ ਪੜ੍ਹਨ ਤੋਂ ਬਾਅਦ ਹਾਈ ਕੋਰਟ ਵਿੱਚ ਅਪੀਲ ਕਰਾਂਗੇ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਆਦੇਸ਼ ਦੇ ਉੱਤੇ ਮਜੀਠੀਆ ਨੇ ਵੀਰਵਾਰ ਨੂੰ ਮੋਹਾਲੀ ਅਦਾਲਤ ਵਿੱਚ ਸਰੈਂਡਰ ਕੀਤਾ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਉਹਨਾਂ ਦੀ ਕਸਟਡੀ ਮੰਗੀ ਸੀ। ਹਾਲਾਂਕਿ ਅਦਾਲਤ ਨੇ ਕੰਪਲੈਕਸ ਦੇ ਵਿੱਚ ਹੀ ਪੁੱਛਗਿੱਛ ਕਰਨ ਦੇ ਲਈ 1 ਘੰਟੇ ਦਾ ਵਕਤ ਦਿੱਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ 8 ਮਾਰਚ ਤੱਕ ਦੇ ਲਈ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਇਹ ਸਾਰੀ ਰਾਜਨੀਤੀ ਕਿਉਂ ਹੋ ਰਹੀ ਹੈ ਤੇ ਜਦੋਂ ਚੋਣਾਂ ਨਿਕਲ ਗਈਆਂ ਤੇ ਉਸ ਤੋਂ ਬਾਅਦ ਵੀ ਇੱਕ ਦੂਜੇ ਦੇ ਉੱਤੇ ਸ਼ਬਦਕ ਵਾਰ ਰਾਜਨੀਤਿਕ ਲੋਕ ਕਿਉਂ ਕਰ ਰਹੇ ਆ? ਲੋਕਾਂ ਦੀ ਸਮਝ ਦਾ ਹਿੱਸਾ ਕੱਲੀ ਗੱਲ ਬਣ ਰਹੀ ਹੈ। ਕੋਈ ਗੱਲ ਇਹੋ ਜਿਹੀ ਨਹੀਂ ਜਿਹੜੀ ਕਿ ਲੋਕਾਂ ਦੇ ਪਿੜ ਪੱਲੇ ਨਾ ਪੈਂਦੀ ਹੋਵੇ, ਪਰ ਰਾਜਨੀਤੀ ਦੇ ਚੱਲਦਿਆਂ ਬਹੁਤ ਕੁਝ ਪੰਜਾਬ ਦੇ ਵਿੱਚ ਹੋਇਆ ਤੇ ਬੜਾ ਕੁਝ ਸ਼ਾਇਦ ਹੋਣਾ ਹਾਲੇ ਬਾਕੀ ਹੈ। ਵੋਟਾਂ ਤੋਂ ਪਹਿਲਾਂ ਵਾਲੀ ਜੰਗ ਜਿਹੜੀ ਸੀ ਉਹ ਵੋਟਾਂ ਤੋਂ ਬਾਅਦ ਵੀ ਇਸ ਵੇਲੇ ਚੱਲ ਰਹੀ ਹੈ। ਹਾਲਾਂਕਿ ਇਸ ਜੰਗ ਦੇ ਵਿੱਚੋਂ ਜੋ ਆਮ ਲੋਕਾਂ ਦੀ ਦਿਲਚਸਪੀ ਵਾਲੀਆਂ ਗੱਲਾਂ ਸੀ ਉਹ ਘਟੀਆਂ ਜਾਂ ਮੁੱਕੀਆਂ ਕਹਿ ਸਕਦੇ ਹਾਂ, ਕਿਉਂਕਿ 20 ਫਰਵਰੀ ਤੋਂ ਪਹਿਲਾਂ ਇਹ ਗੱਲਾਂ ਹੋਰ ਰੂਪ ਦੇ ਵਿੱਚ ਸੀ ਤੇ ਉਸ ਤੋਂ ਬਾਅਦ ਇਹ ਗੱਲਾਂ ਹੁਣ ਹੋਰ ਰੂਪ ਦੇ ਵਿੱਚ ਆ। ਪਰ ਕੀ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੂ? ਜੇ ਜ਼ਮਾਨਤ ਨਾ ਮਿਲੀ ਤਾਂ ਕੀ ਸੁਪਰੀਮ ਕੋਰਟ ਜਾਣਾ ਪਊ? ਕੀ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਕੋਈ ਵੱਡਾ ਫੈਸਲਾ ਸੁਣਾਇਆ ਜਾਊ ਮਜੀਠੀਆ ਦੇ ਹੱਕ ਦੇ ਵਿੱਚ, ਜਾਂ ਕੀ ਜੋ ਕਾਂਗਰਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਦੇਰ ਦੇ ਨਾਲ ਲਿਆ ਗਿਆ ਸਹੀ ਫੈਸਲਾ, ਜਾਂ ਇਹ ਗੱਲ ਹੋਵੇ ਕਿ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ, ਜੋ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਵੀ ਕਹਿੰਦੇ ਨੇ, ਇਹ ਗੱਲ ਸਹੀ ਸ਼ਬਦਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਲਾਗੂ ਹੋਊ। ਇਹ ਸਮੇਂ ਨੇ ਸਾਰਾ ਕੁਝ ਬਿਆਨ ਕਰਨਾ। ਪਰ ਅਕਾਲੀ ਦਲ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਜ਼ਿਆਦਤੀ ਹੋਈ ਹੈ, ਇਹ ਬਦਲਾਖੋਰੀ ਦੀ ਭਾਵਨਾ,
ਇਹਦੇ ਵਿੱਚ ਕੋਈ ਸੱਚਾਈ ਨਹੀਂ। ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਪਹਿਲਾਂ ਵੀ ਇਹ ਗੱਲ ਕਹੀ ਗਈ ਹੈ ਕਿ ਮੇਰਾ ਕਦੇ ਵੀ ਕਿਸੇ ਨਾਲ ਕੋਈ ਸੰਬੰਧ ਨਹੀਂ ਰਿਹਾ, ਮੈਂ ਕਦੇ ਵੀ ਕੋਈ ਨਸ਼ਾ ਨਹੀਂ ਵੇਚਿਆ। ਬੀਬੀ ਹਰਸਿਮਰਤ ਕੌਰ ਬਾਦਲ ਨੇ ਇੱਕ ਦਿਨ ਭਾਵੁਕਤਾ ਦੇ ਵਿੱਚ ਇਹ ਵੀ ਗੱਲ ਕਹੀ ਸੀ ਕਿ ਜੇਕਰ ਮੇਰੇ ਭਰਾ ਨੇ ਕੁਝ ਇਹੋ ਜਿਹਾ ਕੀਤਾ ਤਾਂ ਉਹਦਾ ਕੁਝ ਨਾ ਰਵੇ, ਤੇ ਜੇਕਰ ਨਹੀਂ ਕੀਤਾ ਤਾਂ ਇਹੋ ਜਿਹੇ ਦੋਸ਼ ਲਾਉਣ ਵਾਲਿਆਂ ਦਾ, ਸਾਜ਼ਿਸ਼ ਕਰਨ ਵਾਲਿਆਂ ਦਾ ਕੱਖ ਨਾ ਰਵੇ। ਪਰ ਬਹੁਤ ਸਾਰੇ ਸਵਾਲ ਹੋਰ ਵੀ ਉੱਠ ਰਹੇ ਆ। ਸਮਾਂ ਬਿਆਨ ਕਰੂ ਇਸ ਮਾਮਲੇ ਦੇ ਉੱਤੇ ਕੀ ਕੂਹਣੀ ਮੋੜ ਆਉਂਦਾ, ਪਰ ਲੋਕ ਇਸ ਮਸਲੇ ਦੇ ਉੱਤੇ ਹੁਣ ਬਹੁਤਾ ਵਿਚਾਰ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਚੋਣਾਂ ਨਿਕਲ ਚੁੱਕੀਆਂ ਤੇ ਰਾਜਨੀਤਿਕ ਬਦਲਾਖੋਰੀ ਦੀ ਭਾਵਨਾ ਵੀ ਕਈ ਲੋਕਾਂ ਨੂੰ ਨਜ਼ਰ ਆ ਰਹੀ ਹੈ। ਇਹ ਹੁਣ 10 ਮਾਰਚ ਦੇ ਨਤੀਜੇ ਤੈਅ ਕਰਨਗੇ ਕਿ ਮਜੀਠੀਆ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਲਈ ਖੁਸ਼ੀ ਦਾ ਖੇੜਾ ਆਉਂਦਾ ਜਾਂ ਫਿਰ ਉਹਨਾਂ ਦੇ ਲਈ ਕੋਈ ਝਟਕੇ ਵਾਲੀ ਖਬਰ ਆਉਂਦੀ ਹੈ। ਮੁਕਾਬਲਾ ਸਿੱਧੂ ਦਾ ਤੇ ਮਜੀਠੀਆ ਦਾ ਬੜਾ ਤਿੱਖਾ ਸੁਣਨ ਦੇ ਵਿੱਚ ਆ ਰਿਹਾ ਕਿ ਦੋਹਾਂ ਦੀ ਲੜਾਈ ਵਿੱਚ ਡਾਕਟਰ ਜੀਵਨਜੋਤ ਕੌਰ ਨੂੰ ਮੌਕਾ ਮਿਲ ਜੂ ਆਮ ਆਦਮੀ ਪਾਰਟੀ ਦੇ ਵੱਲੋਂ, ਜਾਂ ਸਿੱਧੂ ਸਾਹਿਬ ਜਿੱਤਣਗੇ ਜਾਂ ਮਜੀਠੀਆ ਸਾਹਿਬ। ਇਸ ਸਮੇਂ ਨੇ ਸਾਰੀ ਸਥਿਤੀ ਬਿਆਨ ਕਰਨੀ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।